ਕਿਸੇ ਵੀ ਭਾਸ਼ਾ ਦੀ ਤਰੱਕੀ ਵਾਸਤੇ, ਸੱਭਿਆਚਾਰ ਵਾਸਤੇ, ਉਹਦੇ ਰੀਤੀ ਰਿਵਾਜਾਂ ਨੂੰ ਪ੍ਰੌੜਤਾ ਦੇਣ ਵਾਸਤੇ ਸਾਹਿਤ ਬੜਾ ਕਾਰਗਰ ਸੰਦ ਹੁੰਦਾ। ਤੇ ਸਭ ਤੋਂ ਕਾਰਗਰ ਜਿਹੜੀ ਸਾਹਿਤ ਦੀ ਵਿਧਾ ਹੈ ਉਹ ਕਵਿਤਾ ਹੈ। ਕਵਿਤਾ ਬਾਰੇ ਮੈਂ ਸਪਸ਼ਟ ਕਰਦਿਆਂ ਕਿ ਕਵਿਤਾ ਬੱਚਿਆਂ ਦਾ ਖੇਡ ਨਹੀਂ ਹੈ ਜਾਂ ਇਹ ਚੁਗਲ ਮੁਗਲ ਵਿੱਚ ਲਿਖਣ ਵਾਲੀ ਕੋਈ ਚੀਜ਼ ਨਹੀਂ ਹੈ। ਇਹਦੇ ਵਾਸਤੇ ਗੰਭੀਰਤਾ ਦੀ ਅਤਿਅੰਤ ਲੋੜ ਹੈ। ਜਿਵੇਂ ਕਿਸੇ ਬੋਲੀ ਦੀ ਵਿਆਕਰਨ ਹੁੰਦੀ ਹੈ, ਉਸੇ ਤਰ੍ਹਾਂ ਕਵਿਤਾ ਦੀ ਵੀ ਵਿਆਕਰਨ ਹੁੰਦੀ ਆ। ਸਾਡੀ ਖੁਸ਼ਕਿਸਮਤੀ ਆ ਕਿ ਸਾਡੀ ਮਾਂ ਬੋਲੀ ਕੋਲੇ ਦੋ ਤਰ੍ਹਾਂ ਦੇ ਵਿਆਕਰਨ ਹਨ। ਇੱਕ ਵਿਆਕਰਨ ਸਾਡੇ ਕੋਲੇ ਭਾਰਤੀ ਪੱਧਤੀ ਦਾ ਹੈ, ਜਿਸ ਨੂੰ ਪਿੰਗਲ ਕਿਹਾ ਜਾਂਦਾ ਹੈ। ਉਸ ਨੂੰ ਪਿੰਗਲ ਰਿਸ਼ੀ ਨੇ ਰਚਿਆ। ਉਹਦੇ ਵਿੱਚ ਤਿੰਨ ਤਰ੍ਹਾਂ ਦੇ ਛੰਦ ਆ, ਵਰਣਿਕ, ਮਾਤ੍ਰਿਕ ਤੇ ਗਣਿਕ। ਗਣ ਸ਼ਬਦ ਨੂੰ ਕਿਹਾ ਜਾਂਦਾ, ਵਰਨ ਅੱਖਰ ਨੂੰ ਕਿਹਾ ਜਾਂਦਾ, ਤੇ ਮਾਤਰਾ ਲਗਾਖਰ ਲਗਾ ਕੇ ਜਿੰਨਾ ਵਜ਼ਨ ਬਣਦਾ ਉਸ ਅੱਖਰ ਦਾ ਜਾਂ ਸ਼ਬਦ ਦਾ ਉਹਨੂੰ ਕਿਹਾ ਜਾਂਦਾ। ਜੇ ਇਸ ਗੱਲ ਦੀ ਵਿਆਖਿਆ ਕਰਨੀ ਹੋਵੇ ਤਾਂ 5 ਮਿੰਟ ਤਾਂ ਕੀ 5 ਘੰਟੇ 5 ਦਿਨ ਵੀ ਥੋੜ੍ਹੇ ਆ, ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਹੈ। ਦੂਸਰਾ ਵਿਆਕਰਨ ਜਿਹੜਾ ਸਾਡੇ ਕੋਲ ਆਇਆ ਹੈ ਉਹ ਅਰਬੀ ਭਾਸ਼ਾ 'ਚੋਂ ਆਇਆ ਹੈ। ਅਰਬੀ ਦੇ ਵਿੱਚੋਂ ਫਾਰਸੀ 'ਚ ਹੁੰਦਾ ਹੋਇਆ ਉਰਦੂ ਰਾਹੀਂ ਸਾਡੇ ਕੋਲੇ ਪੰਜਾਬੀ ਜ਼ੁਬਾਨ ਦੇ ਵਿੱਚ, ਪੰਜਾਬੀ ਬੋਲੀ 'ਚ ਪਹੁੰਚਿਆ ਹੈ। ਉਹਨੂੰ ਅਰੂਜ਼ ਆਖਦੇ ਆ। ਅਰੂਜ਼ ਸ਼ਬਦ ਸੁਣ ਕੇ ਸਾਨੂੰ ਇੰਝ ਲੱਗਦਾ ਕਿ ਪਤਾ ਨਹੀਂ ਇਹ ਕੀ ਹੈ, ਜਦੋਂ ਕਿ ਅਰੂਜ਼ ਆਮ ਤੌਰ 'ਤੇ ਅਨਪੜ੍ਹ ਔਰਤਾਂ ਵੀ ਬੋਲਦੀਆਂ। ਦੁਕਾਨ 'ਤੇ ਕੱਪੜਾ ਲੈਣ ਜਾਂਦੀਆਂ ਤਾਂ ਭਾਈ ਨੂੰ ਪੁੱਛਦੀਆਂ, ਕੱਪੜੇ ਵਾਲੇ ਨੂੰ, ਦੁਕਾਨਦਾਰ ਨੂੰ, ਭਾਈ ਇਹਦਾ ਅਰਜ਼ ਕਿੰਨਾ ਹੈ। ਉਸੇ ਅਰਜ਼ ਸ਼ਬਦ ਤੋਂ ਹੀ ਅਰੂਜ਼ ਬਣਿਆ ਹੈ। ਅਰੂਜ਼ ਦਾ ਅਰਥ ਹੈ ਪੈਮਾਨਾ, ਕਿ ਅਸੀਂ ਕਿਸੇ ਕਵਿਤਾ ਦੀ ਸਤਰ ਕਿੱਡੀ ਕੁ ਰੱਖਣੀ ਆ। ਜਿਵੇਂ ਉਹ ਪੁੱਛਦੀਆਂ, ਭਾਈ ਗਜ ਵਰਦਾ ਕਿ ਸਵਾ ਗਜ ਦਾ। ਬਿਲਕੁਲ ਹੀ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਕਵਿਤਾ ਦਾ ਪੈਮਾਨਾ ਰੱਖਣਾ, ਉਹ ਕਿੰਨਾ ਰੱਖਣਾ। ਤਾਂ ਇੱਥੇ ਇੱਕ ਵਜ਼ਨ ਸ਼ਬਦ ਵਰਤਿਆ ਜਾਂਦਾ। ਆਮ ਤੌਰ 'ਤੇ ਵਜ਼ਨ ਵੱਟਿਆਂ ਨਾਲ ਮਿਣਿਆ ਜਾਂਦਾ, ਤੋਲਿਆ ਜਾਂਦਾ, ਪਰੰਤੂ ਇੱਥੇ ਸ਼ਬਦਾਂ ਨਾਲ ਵਜ਼ਨ ਤੈਅ ਕੀਤਾ ਜਾਂਦਾ। ਜਦੋਂ ਅਸੀਂ ਗਜ਼ਲ ਦੇ ਵਿੱਚ ਸ਼ਬਦ ਸੁਣਦੇ ਹਾਂ, ਇਹ ਫੇਲ ਹੈ, ਇਹ ਫਾਏ ਹੈ, ਇਹ ਫੇਲਣ ਹੈ, ਇਹ ਮੁਫਾਇਲਨ ਹੈ, ਇਹ ਮੁਸਤਫਾਇਲਨ ਹੈ, ਇਹ ਫਾਇਲਾਤੁਨ ਹੈ, ਤਾਂ ਸਾਨੂੰ ਇੰਝ ਲੱਗਦਾ ਕਿ ਪਤਾ ਨਹੀਂ ਅਸੀਂ ਕਿਹੋ ਜਿਹੀ ਭਾਸ਼ਾ ਪੜ੍ਹ ਰਹੇ ਹਾਂ। ਪਰੰਤੂ ਜੇਕਰ ਅਸੀਂ ਉਹਦੀ ਤਹਿ ਤੀਕਰ ਪਹੁੰਚੀਏ ਤਾਂ ਉਹ ਬਹੁਤ ਸੌਖੇ ਸ਼ਬਦ ਆ। ਜਿਵੇਂ ਹੁਣ ਤੁਹਾਡੇ ਕੋਲੇ ਇੱਕ ਵਜ਼ਨ ਆ ਗਿਆ ਫੇਲ, ਤਾਂ ਸਾਨੂੰ ਇੰਝ ਲੱਗਦਾ ਕਿ ਫੇਲ ਕੀ ਹੋਇਆ। ਤਾਂ ਇਹਨੂੰ ਸੌਖਾ ਕਰਨ ਵਾਸਤੇ ਰੱਖ ਲਿਆ ਬਰ ਵਜ਼ਨ ਯਾਰ। ਬਰ ਮੈਨਾ ਬਰਾਬਰ, ਵਜ਼ਨ ਭਾਰ ਤੇ ਯਾਰ। ਹੁਣ ਯਾ ਸ਼ਬਦ ਗੁਰੂ ਅੱਖਰ ਹੈ, ਯਈਏ ਨੂੰ ਕੰਨਾ। ਤਾਂ ਇਹਦਾ ਵਜ਼ਨ ਮਾਪਣ ਵਾਸਤੇ ਸਾਨੂੰ ਵਕਤ ਵੀ ਲੱਗਦਾ। ਜੇ ਕੋਈ ਅੱਖਰ ਬੋਲਣ ਤੇ ਘੱਟ ਵਕਤ ਲੱਗਦਾ ਉਹ ਲਘੂ ਹੈ, ਜੇ ਵੱਧ ਲੱਗਦਾ ਤਾਂ ਉਹ ਗੁਰੂ ਆ। ਸਾਡੇ ਕੋਲ 3 ਤਰ੍ਹਾਂ ਦੇ ਲਘੂ ਆ। ਉਹਨਾਂ ਦੀ ਪਹਿਚਾਣ ਇਹ ਆ ਕਿ ਮੁਕਤਾ ਅੱਖਰ, ਸਿਹਾਰੀ ਵਾਲਾ ਅੱਖਰ ਤੇ ਔਂਕੜ ਵਾਲਾ ਅੱਖਰ। ਇਹ ਸਾਡੇ ਕੋਲ ਤਿੰਨੇ ਅੱਖਰ ਲਘੂ ਹਨ। ਲਘੂ ਦਾ ਅਰਥ ਹੁੰਦਾ ਛੋਟਾ। ਬਾਕੀ ਹੁਣ ਤੁਸੀਂ ਦੇਖੋ, ਇੱਕ ਅੱਖਰ ਆਪਾਂ ਲੈ ਲੈਂਦੇ ਹਾਂ ਕ। ਮੈਂ ਉਹ 3 ਵਾਰ ਬੋਲਾਂਗਾ, ਤੁਸੀਂ ਦੇਖਿਓ ਥੋੜਾ ਸਮਾਂ ਲੱਗੂਗਾ। ਕ ਮੁਕਤਾ, ਕਿ ਸਿਹਾਰੀ, ਕੁ ਔਂਕੜ, ਤਾਂ ਬਹੁਤ ਘੱਟ ਸਮਾਂ ਲੱਗਿਆ। ਹੁਣ ਮੈਂ ਦੂਜੇ ਲਗਾਖਰ ਲਾ ਕੇ, ਮਾਤਰਾਵਾਂ ਲਾ ਕੇ ਬੋਲਦਾ। ਕਾ, ਕੀ, ਕੇ, ਕੈ, ਕੋ, ਕੌ, ਕੂ। ਤਾਂ ਜਦੋਂ ਮੈਂ ਇਹ
ਉਚਾਰਨ ਕੀਤੀ ਹੈ, ਧੁਨੀ ਤੁਹਾਡੇ ਸਾਹਮਣੇ ਪੇਸ਼ ਕੀਤੀ ਆ, ਤਾਂ ਇਹ ਸਾਰਾ ਕੁਝ ਗੁਰੂ ਅਖਵਾਉਂਦਾ, ਕਿਉਂਕਿ ਇਹਦੇ ਤੇ ਬੋਲਣ ਵੇਲੇ ਵਕਤ ਜ਼ਿਆਦਾ ਲੱਗਿਆ। ਜਦੋਂ ਤੁਸੀਂ ਇਹ ਮੁੱਢਲਾ ਪਾਠ ਪੜ੍ਹ ਲਿਆ ਤਾਂ ਤੁਹਾਡੀ ਕਵਿਤਾ ਦੇ ਵਿੱਚ ਰਵਾਨੀ ਤੇ ਨਫਾਸਤ ਆਪਣੇ ਆਪ ਹੀ ਆਉਣੀ ਸ਼ੁਰੂ ਹੋ ਜਾਊਗੀ। ਬਹੁਤ ਸਾਰੇ ਸ਼ਬਦ ਜਦੋਂ ਮੈਂ ਆਮ ਤੌਰ ਤੇ ਕਹਿੰਦਾ ਕਿ ਜੇ ਤੁਸੀਂ ਲਿਖਣਾ ਬਹਿਰ ਜਿਹੜੀਆਂ ਮੁਸ਼ੱਕਲ ਬਹਿਰਾਂ ਉਹਨਾਂ ਦੇ ਵਿੱਚ ਨਹੀਂ ਆਉਂਦਾ ਤਾਂ ਤੁਸੀਂ ਫੇਲਣੀ ਬਹਿਰ ਆ ਉਹਨੂੰ ਵਰਤੋ। ਤੁਸੀਂ ਔਖੇ ਹੋ ਕੇ ਜ਼ਿੰਦਗੀ ਸ਼ਬਦ ਵਰਤਦੇ ਆ, ਉਹਦਾ ਵਜ਼ਨ ਹੈ ਗੁਰੂ ਲਘੂ ਗੁਰੂ, ਤੁਸੀਂ ਉਹਦੀ ਥਾਂ ਤੇ ਜੀਵਨ ਵਰਤ ਲਓ। ਫੇਲਣ ਸ਼ਬਦ ਆ, ਤੁਸੀਂ ਬੰਦਗੀ ਸ਼ਬਦ ਵਰਤਣਾ ਤਾਂ ਉਹ ਵੀ ਗੁਰੂ, ਉਹ ਹੈ ਗੁਰੂ ਲਘੂ ਗੁਰੂ ਫਾਇਲੁਨ, ਤਾਂ ਉਹਦੇ ਥਾਂ ਤੇ ਤੁਸੀਂ ਜੀਵਨ ਵਰਤ ਲਓ। ਕਿੱਡਾ ਸੌਖਾ ਸ਼ਬਦ ਆ। ਤਾਂ ਕਵਿਤਾ ਦੇ ਵਿੱਚ ਕਵਿਤਾ ਨੂੰ ਰਸਮਈ ਬਣਾਉਣ ਵਾਸਤੇ, ਉਹਦੀ ਲੈ ਠੀਕ ਕਰਨ ਵਾਸਤੇ ਇਹਨਾਂ ਮੁੱਢਲੇ ਨਿਯਮਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਆ। ਇੱਕ ਮੈਨੂੰ ਬੜਾ ਦੁੱਖ ਹੁੰਦਾ, ਮੈਂ ਲਿਖਦਾ ਵੀ ਰਹਿਣਾ, ਮੈਂ ਡਟ ਕੇ ਲਿਖਦਾ, ਨਿਡਰ ਹੋ ਕੇ ਲਿਖਦਾ ਕਿ ਸਾਡੀ ਕਵਿਤਾ ਦੇ ਵਿੱਚ ਇੱਕ ਵਿਸ਼ੇਸ਼ ਵਿਗਾੜ ਆਇਆ ਹੋਇਆ। ਮੈਂ ਉਹਦਾ ਨਾਂ ਪੂਰਨ ਸ਼ਾਹੀ ਕਵਿਤਾ ਰੱਖਿਆ ਹੋਇਆ। ਉਹਨੂੰ ਮੈਂ ਗੁੱਸੇ 'ਚ ਆ ਕੇ ਬੁਦਰੀ ਕਵਿਤਾ ਵੀ ਕਹਿ ਦਿੰਦਾ ਹੁੰਦਾ। ਖਿਲਰੇ ਜੇ ਵਾਲਾਂ ਵਾਲੇ ਜੁੰਡੇ ਵਾਲੇ ਜਿਵੇਂ ਖਿਲਰੇ ਹੁੰਦੇ ਆ, ਉਹਨੂੰ ਆਮ ਤੌਰ ਤੇ ਉਹ ਪੱਖ ਦੇ ਲੋਕ ਉਹਨੂੰ ਖੁੱਲੀ ਕਵਿਤਾ ਦਾ ਨਾਂ ਦਿੰਦੇ ਆ। ਮੈਂ ਹੈਰਾਨ ਹੁੰਦਾ ਕਿ ਕਵਿਤਾ ਕੀ ਤੇ ਖੁੱਲੀ ਕੀ। ਕਵਿਤਾ ਹਮੇਸ਼ਾ ਪਾਬੰਦ ਹੁੰਦੀ ਆ। ਜੇਕਰ ਕਵਿਤਾ ਦੇ ਵਿੱਚ ਪਾਬੰਦੀ ਨਹੀਂ ਤਾਂ ਉਹ ਕਵਿਤਾ ਅਖਵਾਉਣ ਦੀ ਲਖਾਇਕ ਨਹੀਂ ਹੈਗੀ। ਉਹਨੂੰ ਕਵਿਤਾ ਅਸੀਂ ਸਿਰਫ ਸਥਾਪਤੀ ਵਾਸਤੇ, ਰਾਤੋਂ ਰਾਤ ਸ਼ਾਇਰ ਅਖਵਾਉਣ ਵਾਸਤੇ ਅਸੀਂ ਉਹੋ ਜਿਹੀ ਕਵਿਤਾ ਲਿਖ ਕੇ ਤੇ ਬੱਲੇ ਬੱਲੇ ਕਰਕੇ ਤੇ ਉਹਨੂੰ ਅਸੀਂ ਸਿਰ ਤੇ ਚੜਾ ਰੱਖਿਆ। ਮੈਂ ਇਹ ਸੋਚਦਾ ਕਿ ਬਾਬੇ ਫਰੀਦ ਤੋਂ ਲੈ ਕੇ ਪੂਰਨ ਸਿੰਘ ਦੇ ਪੈਦਾ ਹੋਣ ਤੀਕਰ ਕਵਿਤਾ ਦਾ ਕਿਵੇਂ ਸਰਿਆ। ਸਾਡੇ ਕੋਲੇ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਆ, ਉਹਦੀ ਗੁਰਬਾਣੀ ਬਾਣੀ ਸਾਰੀ ਦੀ ਸਾਰੀ ਰਾਗਾਂ 'ਚ ਤੇ ਛੰਦਬੰਦ ਆ। ਉਹ ਕਿਵੇਂ ਰਚੀ ਗਈ। ਸਾਡੇ ਕੋਲੇ ਹਜ਼ਾਰਾਂ ਕਿੱਸੇ ਆ, ਉਹ ਬਾਕਾਇਦਾ ਛੰਦਾਂ ਦੇ ਵਿੱਚ ਰਚੇ ਹੋਏ ਆ। ਜੇ ਵਾਰਸ ਸ਼ਾਹ ਲਿਖਦਾ ਹੀਰ ਤਾਂ ਉਹ ਬੈਂਤ ਛੰਦ ਵਿੱਚ ਹੀ ਤੋੜ ਤਿੱਕਰ ਨੇਪਰੇ ਚੜ੍ਹਦੀ ਆ। ਜੇ ਹਾਸ਼ਮ ਸ਼ਾਹ ਸੱਸੀ ਲਿਖਦਾ ਤਾਂ ਉਹ ਦੋੜੇ ਦੇ ਵਿੱਚ ਨੇਪਰੇ ਚੜਾਉਂਦਾ ਹੈ। ਹੁਣ ਬਹੁਤ ਸਾਰੇ ਲੋਕ ਕਹਿੰਦੇ ਵੀ ਦੋਹਾ ਤੇ ਦੋੜਾ ਕੀ ਅੰਤਰ ਆ। ਦੋਹੇ ਬਾਰੇ ਇੱਕ ਤੁਹਾਨੂੰ ਮੈਂ ਦੋਹਾ ਸੁਣਾਉਣਾ, ਤੁਹਾਨੂੰ ਸਿੱਧੀ ਸਮਝ ਪੈ ਜੂ ਕਿ ਦੋਹਾ ਦੋ ਤਰ੍ਹਾਂ ਲਿਖਿਆ ਜਾਂਦਾ। ਪਿੰਗਲ ਵਿੱਚ ਵੀ ਲਿਖਿਆ ਜਾਂਦਾ ਤੇ ਅਰੂਜ ਵਿੱਚ ਵੀ ਲਿਖਿਆ ਜਾਂਦਾ, ਪਰੰਤੂ ਇਹਦਾ ਵਜ਼ਨ ਉਹੋ ਹੀ ਹੁੰਦਾ। ਹੁਣ ਮੈਂ ਇੱਕ ਦੋਹਾ ਬੋਲਦਾ ਕਿ ਦੋਹਾ ਲਿਖਣਾ ਮਿੱਤਰੋ ਖੱਬੇ ਹੱਥ ਦਾ ਖੇਲ ਤੇ ਫੇਲਣ ਫੇਲਣ ਫਾਇਲਣ ਫੇਲਣ ਫੇਲਣ ਫੇਲ, ਇਹ ਦੋਹਾ ਬਣਦਾ। ਦੋਹਾ ਲਿਖਣਾ ਮਿੱਤਰੋ ਖੱਬੇ ਹੱਥ ਦਾ ਖੇਲ, ਫੇਲਣ ਫੇਲਣ ਫਾਇਲਣ ਫੇਲਣ ਫੇਲਣ ਫੇਲ। ਤੇ ਜੇ ਤੁਸੀਂ ਪਿੰਗਲ ਦੇ ਵਿੱਚ ਲਿਖਣਾ ਤਾਂ ਉਹਦਾ ਇਹ ਆ, ਦੋਹਾ ਹੁੰਦਾ ਦੋਸਤੋ ਦੋ ਸਤਰਾਂ ਦਾ ਛੰਦ, 13 ਉੱਤੇ ਠਹਿਰ ਹੈ ਤੇ 24 ਉੱਤੇ ਬੰਦ। 13 ਜਦੋਂ ਮਾਤਰਾ ਪੂਰੀਆਂ ਹੋ ਗਈਆਂ ਉਥੇ ਇੱਕ ਠਹਿਰ ਹੋਣੀ ਆ, ਉਹਨੂੰ ਕੌਮਾ ਕਹਿ ਦਿੰਦੇ ਆ, ਅਰਧ ਵਿਰਾਮ, ਤੇ 24 ਮਾਤਰਾ ਤੇ ਜਾ ਕੇ ਉਹਨੇ ਬੰਦ ਹੋ ਜਾਣਾ। ਜਿੰਨਾ ਚਿਰ ਤੁਸੀਂ ਇਹ ਨਿਯਮ ਨਹੀਂ ਸਿੱਖਦੇ ਉਹਨਾਂ ਚਿਰ ਕਲਮ ਘਸਾਈ ਕਰਨ ਦਾ ਕੋਈ ਫਾਇਦਾ ਨਹੀਂ। ਨਿਯਮਾਂ ਤੋਂ ਜਾਣੂ ਹੋ ਕੇ ਕਵਿਤਾ ਲਿਖੀ ਜਾਵੇ। ਮੈਂ ਤੁਹਾਨੂੰ ਭਜਾ ਨਹੀਂ ਰਿਹਾ, ਮੈਂ ਤੁਹਾਨੂੰ ਇੱਕ ਰਾਏ ਦੇ ਰਿਹਾ। ਤੇ ਦੂਸਰੀ ਇੱਕ ਗੱਲ ਨਾ ਹੋਰ ਮੈਨੂੰ ਹੈਰਾਨੀ ਦਿੰਦੀ ਆ, ਬਹੁਤ ਸਾਰੇ ਕਵੀ ਸੱਜਣ ਗੁੱਸਾ ਨਾ ਕਰਨ, ਹੋ ਸਕਦਾ ਉਹਨਾਂ ਦੇ ਨਾਵਾਂ ਨਾਲ ਵੀ ਲੱਗਦਾ, ਨਾਂ ਦੇ ਨਾਲ ਲਿਖਣਗੇ ਸ਼ਾਇਰ ਫਲਾਨਾ, ਕਵੀ ਫਲਾਨਾ, ਲੇਖਕ ਫਲਾਨਾ। ਮੈਂ ਇਹ ਸੋਚਦਾ ਕਿ ਇਸ ਤਰ੍ਹਾਂ ਦੇ ਵਿਸ਼ੇਸ਼ਣ ਤੇ ਉਪਨਾਮ ਲਾਉਣ ਦੀ ਲੋੜ ਨਹੀਂ। ਜਦੋਂ ਤੁਸੀਂ ਕਵੀ ਬਣ ਗਏ ਤਾਂ ਲੋਕਾਂ ਨੂੰ ਆਪੇ ਹੀ ਪਤਾ ਲੱਗ ਜਾਣਾ ਕਿ ਇਹ ਕਵੀ ਆ, ਦੱਸਣ ਦੀ ਲੋੜ ਨਹੀਂ ਹੈਗੀ। ਮਿਹਨਤ
ਆਪਣੇ ਆਪ ਨੂੰ ਪੇਸ਼ ਕਰਨ ਦੀ ਥਾਂ ਤੇ ਸਿੱਖਣ ਤੇ ਕੀਤੀ ਜਾਵੇ। ਮੈਂ ਤੁਹਾਨੂੰ ਬੜੀ ਨਿਮਰਤਾ ਨਾਲ ਦੱਸਦਾ, ਭੰਮੇ ਸਾਹਿਬ ਬੈਠੇ ਆ, ਇਹ ਪਿੰਗਲ ਦੇ ਬੜੇ ਮਾਹਰ ਹੈਗੇ ਆ, ਮੇਰੀ ਖੁਸ਼ੀ ਆ ਕਿ ਮੈਂ ਅੱਜ ਇਹਨਾਂ ਨੂੰ ਮਿਲ ਸਕਿਆ। ਦੀਪਕ ਜੈਤੋਈ ਸਾਹਿਬ ਗਜ਼ਲ ਦੇ ਬੜੇ ਵੱਡੇ ਉਸਤਾਦ ਸ਼ਾਇਰ ਹੋਏ ਆ, ਤੇ ਮੇਰਾ ਸਿਰ ਝੁਕ ਜਾਂਦਾ ਉਹਨਾਂ ਅੱਗੇ। ਮੈਂ 5 ਸਾਲ ਉਹਨਾਂ ਦੀਆਂ ਜੁੱਤੀਆਂ ਸਾਫ਼ ਕੀਤੀਆਂ। 5 ਸਾਲਾਂ ਦੇ ਵਿੱਚ ਮੈਂ ਇੰਨੇ ਕੁ ਜੋਗਾ ਹੋ ਸਕਿਆ ਕਿ ਮੈਂ ਤੁਹਾਡੇ ਸਾਹਮਣੇ ਬੋਲ ਸਕਾਂ। ਜਿੰਨਾ ਚਿਰ ਮੁੱਢਲਾ ਗਿਆਨ ਕਵਿਤਾ ਦਾ ਅਸੀਂ ਹਾਸਲ ਨਹੀਂ ਕਰਦੇ, ਉਹਨਾਂ ਚਿਰ ਕਵਿਤਾ ਨਹੀਂ ਲਿਖੀ ਜਾਣੀ। ਸਿਆਹੀ ਤੇ ਕਾਗਜ਼ ਜ਼ਰੂਰ ਖਰਾਬ ਕੀਤਾ ਜਾ ਸਕੂਗਾ। ਕਵਿਤਾ ਪੁਖਤਗੀ ਹੋਣੀ ਚਾਹੀਦੀ ਹੈ। ਕਵਿਤਾ ਦੇ ਵਿੱਚ ਉਹਦਾ ਰੰਗ ਵੱਖਰਾ ਹੋ ਸਕਦਾ। ਤੁਸੀਂ ਧਾਰਮਿਕ ਕਵਿਤਾ ਲਿਖੋ, ਸਮਾਜਿਕ ਲਿਖੋ, ਬੌਧਿਕ ਲਿਖੋ, ਜਿਸ ਤਰ੍ਹਾਂ ਦੀ ਮਰਜ਼ੀ ਲਿਖੋ, ਪਰੰਤੂ ਕਵਿਤਾ ਤਾਂ ਕਵਿਤਾ ਵਰਗੀ ਹੋਣੀ ਚਾਹੀਦੀ ਹੈ। ਜਿੰਨਾ ਚਿਰ ਕਵਿਤਾ ਵਰਗੀ ਕਵਿਤਾ ਨਹੀਂ ਹੁੰਦੀ, ਉਹਨਾਂ ਚਿਰ ਸਾਡੀ ਨਾ ਤਾਂ ਮਾਂ ਬੋਲੀ ਦਾ ਕੋਈ ਸੌਰਨ, ਨਾ ਸਾਡੀ ਭਾਸ਼ਾ ਦਾ ਕੋਈ ਸੌਰਨ, ਨਾ ਸਾਡੇ ਸੱਭਿਆਚਾਰ ਦਾ ਕੋਈ ਸੌਰਨ। ਬੜੀਆਂ ਬੜੀਆਂ ਪਿਆਰੀਆਂ ਕਵਿਤਾ ਜਦੋਂ ਕਦੇ ਪੜ੍ਹਦਾ, ਪ੍ਰੋਫੈਸਰ ਮੋਹਨ ਸਿੰਘ ਦੀਆਂ 4 ਕਵਿਤਾਵਾਂ, ਰੱਬ, ਬਸੰਤ, ਅਨਾਰਕਲੀ, ਨੂਰ ਜਹਾਂ, ਤੁਸੀਂ ਪੜ੍ਹ ਕੇ ਵੇਖੋ ਕਿੰਨਾ ਆਨੰਦ ਆਉਂਦਾ। ਵਾਰਿਸ ਸ਼ਾਹ ਦੀ ਹੀਰ ਨੂੰ ਪੜ੍ਹ ਲਓ। ਬਹੁਤ ਸਾਰੇ ਕਹਿੰਦੇ ਆ ਵਾਰਿਸ ਸ਼ਾਹ ਦੀ ਹੀਰ ਇੱਕ ਰੋਮਾਂਟਿਕ ਕਿੱਸਾ। ਮੈਂ ਕਹਿੰਦਾ ਨਹੀਂ, ਹੀਰ ਰਾਂਝੇ ਦੀ ਸਿਰਫ ਕਹਾਣੀ ਪੇਸ਼ ਕਰਕੇ ਉਹਨੇ ਬੜਾ ਕੁਝ ਹੋਰ ਵਿਅਕਤ ਕੀਤਾ। ਹੁਣ ਮੈਂ ਤੁਹਾਨੂੰ ਇੱਕ ਸਵਾਲ ਪਾਉਣਾ ਕਿ ਜੇਕਰ ਦੁੱਧ ਦੇ ਵਿੱਚੋਂ ਪਾਣੀ ਕੱਢਣਾ ਹੋਵੇ, ਉਹਨੂੰ ਨਾ ਉਬਾਲਣਾ, ਨਾ ਉਹਦੀ ਭਾਫ ਬਣਾਉਣੀ ਆ, ਕਿਵੇਂ ਕੱਢੋਗੇ? ਹੈ ਕੋਈ ਤੁਹਾਡੇ ਚੋਂ ਦੱਸਣ ਵਾਲਾ ਜਿਹੜਾ ਕੱਢ ਸਕੇ ਪਾਣੀ? ਪਰ ਵਾਰਿਸ ਸ਼ਾਹ ਨੇ 550 ਸਾਲ ਪਹਿਲਾਂ ਇੱਕ ਗੁਰ ਦਿੱਤਾ। ਉਹ ਗੁਰ ਬੈਂਤ ਦੇ ਇੱਕ ਮਿਸਰੇ ਦੇ ਵਿੱਚ ਆ ਕਿ ਵਾਰਿਸ ਸ਼ਾਹ ਜੇ ਦੁੱਧ ਚੋਂ ਕੱਢਣਾ ਹੋਏ ਪਾਣੀ ਤੇ ਵਿੱਚ ਤੀਲੀਆਂ ਛਿੱਲ ਕੇ ਪਾਈਏ ਜੀ, ਕਾਨੇ ਛਿੱਲ ਕੇ, ਛਿਲਕ ਲਾ ਕੇ ਗੁੱਦਾ ਵਿੱਚ ਸੁੱਟ ਦਿਓ ਤੇ ਉਹ ਪਾਣੀ ਨੂੰ ਸੋਖ ਲੂਗਾ। ਉਹਨੂੰ ਨਿਚੋੜ ਲਓ ਤੇ ਪਾਣੀ ਨਿਕਲਿਆ ਹੋਊਗਾ, ਉਹ 'ਚ ਚਟਿਆਈ ਨਹੀਂ ਹੋਊਗੀ। ਹੁਣ ਭਲਾ ਇਸ ਗੱਲ ਦਾ ਹੀਰ ਨਾਲ ਕੀ ਸੰਬੰਧ ਆ? ਇਸ ਗੱਲ ਦਾ ਹੀਰ ਨਾਲ ਕੀ ਸੰਬੰਧ ਆ? ਇਹ ਗਿਆਨ ਵੰਡਣ ਦਾ ਗੁਰ ਹੈ। ਤਾਂ ਕਵਿਤਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਜਿਹੜੀ, ਆਪਾਂ ਸਭ ਨੇ ਮਰ ਜਾਣਾ, ਮਰਨ ਤੋਂ ਬਾਅਦ ਵੀ ਲੋਕ ਉਸ ਕਵਿਤਾ ਕਰਕੇ ਤੁਹਾਨੂੰ ਯਾਦ ਕਰਨ। ਬਾਬਾ ਨਾਨਕ, ਅਸੀਂ, ਮੈਂ ਇਸ ਮੰਚ ਤੋਂ ਕਹਿੰਦਾ, ਬੜਾ ਨਿਮਰ ਹੋ ਕੇ ਕਹਿਣਾ, ਅਸੀਂ ਕੁਝ ਲੋਕਾਂ ਨੇ ਬਾਬੇ ਨਾਨਕ ਨੂੰ ਸਾਧ ਵਜੋਂ ਪੇਸ਼ ਕੀਤਾ। ਨਹੀਂ, ਬਾਬਾ ਨਾਨਕ ਕ੍ਰਾਂਤੀਕਾਰੀ ਸੀ, ਕਿਰਤੀ ਸੀ, ਤੇ ਉਦੋਂ ਵੱਡਾ ਸ਼ਾਇਰ ਸੀ। ਬਾਬੇ ਨਾਨਕ ਦੀ ਧਾਰਮਿਕ ਸ਼ਾਇਰੀ ਅੱਜ ਤੀਕਰ ਲੋਕ ਮਨਾਂ 'ਚ ਗੂੰਜਦੀ ਆ, ਗੁਰੂਦੁਆਰਿਆਂ 'ਚ ਰਾਗਾਂ ਦੇ ਵਿੱਚ ਗਾਈ ਜਾ ਰਹੀ ਆ। ਉਹਨਾਂ ਨੇ ਬੜੀ ਸੇਧ ਦਿੱਤੀ ਆ। ਬਹੁਤ ਵੱਡੇ ਫਿਲਾਸਫਰ ਸੀ ਮੇਰੇ ਗੁਰੂ ਨਾਨਕ ਦੇਵ। ਇਸ ਤਰ੍ਹਾਂ ਦਾ ਦਰਸ਼ਨ ਤੁਹਾਡੀ ਕਵਿਤਾ 'ਚ ਹੋਵੇ ਤਾਂ ਉਹ ਤੁਹਾਨੂੰ ਬਹੁਤ ਦੇਰ ਤੱਕ ਜਿੰਦਾ ਰੱਖੂ। ਮੈਂ ਬਹੁਤ ਕੁਝ ਕਹਿ ਗਿਆ, ਪਰੰਤੂ ਤਸੱਲੀ ਨਹੀਂ ਹੋਈ। ਕਹਿਣ ਵਾਸਤੇ ਬੜਾ ਕੁਛ ਆ। 2-4 ਘੰਟੇ ਲਗਾਤਾਰ ਬੋਲਿਆ ਜਾ ਸਕਦਾ ਇਸ ਵਿਸ਼ੇ ਤੇ। ਕਿਸੇ ਕਿਸਮ ਦਾ ਉਹ ਸ਼ਬਦ ਜਿਹੜਾ ਤੁਹਾਡੇ ਮਨ ਦੇ ਮੇਚ ਨਾ ਆਇਆ ਹੋਵੇ, ਉਹਨੂੰ ਛੱਡ ਦੇਣਾ। ਜੇ ਮੇਰੀ ਆਖੀ ਗੱਲ ਕੋਈ ਚੁਭੀ ਹੋਵੇ, ਉਹਨੂੰ ਵੀ ਛੱਡ ਦੇਣਾ। ਜਿਹੜੀ ਗੱਲ ਚੰਗੀ ਲੱਗੀ ਹੋਵੇ, ਉਹਨੂੰ ਘਰੇ ਨਹੀਂ ਲੈ ਕੇ ਜਾਣਾ, ਉਹਨੂੰ ਵੰਡਣਾ, ਹੋਰਾਂ ਦੋਸਤਾਂ ਮਿੱਤਰਾਂ ਨਾਲ ਵੀ ਸਾਂਝੀ ਕਰਨੀ ਆ। ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।